ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾ, ਤਟਾ ਮੇਘਾਂ ਖੇਤਾ, ਦੀਪਾ ਲੋਆ ਮੰਡਲਾ, ਖੰਡਾ ਵਰ ਭੰਡਾ, ਅੰਡਜ ਜੀਰਜ ਉਤਪੁਜਾ, ਖਾਣੀ ਸੇ ਤੁਜਾ, ਸੋ ਮਿਤ ਜਾਣੈ ਨਾਨਕਾ, ਸਰਾ ਮੇਰਾ ਜਨਤਾ, ਨਾਨਕ ਜੰਤ ਪਾਏ ਕੈ, ਸੰਭਾਲੇ ਸਭਨਾ, ਜਿਨ ਕਰਤਾ ਕਰਣਾ ਕੀਆ, ਚਿੰਤਾ ਭੀ ਕਰਨੀ ਤਾ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੋਹਾਰੀ ਸਵਸਤ ਤਿਸ, ਤਿਸ ਦੀਬਾਨੁ ਅਭਗ, ਨਾਨਕ ਸੱਚੇ ਨਾਮ ਬਿਨ, ਕਿਆ ਟਿਕਾ ਕਿਆ ਤਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਗਿਆਨ ਦੇ ਭੰਡਾਰ, ਪਤਿਤ ਪਾਵਨ ਭਗਤ ਵਸ਼ਲ ਸਤਿਗੁਰੂ, ਆਨੰਦ ਦੇ ਸੋਮੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਤੇ ਜੋ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਮਾਈ ਭਾਈ ਪਿਆਰ ਤੇ ਸ਼ਰਧਾ ਦੇ ਨਾਲ ਗੁਰੂ ਕੀ ਬਾਣੀ ਦੀ ਇਸ ਵਡਮੁੱਲੀ ਵਿਚਾਰ ਨੂੰ ਸਰਵਣ ਕਰਦਾ ਹੈ, ਸਾਹਿਬਾਂ ਦੀ ਬਖਸ਼ਿਸ਼ ਦੇ ਸਦਕਾ ਜੁੜਨ ਦਾ ਉਦਮ ਕਰਦਾ ਹੈ, ਆਪ ਸਰਬੱਤ ਸੰਗਤ ਵਡਭਾਗੇ ਹੋ ਜੋ ਗੁਰਦੇਵ ਪਿਤਾ ਜੀ ਨੇ ਇਹ ਬਖਸ਼ਿਸ਼ ਕਰਕੇ ਸਾਨੂੰ ਇਸ ਸੰਸਾਰਕ ਜੀਵਨ ਦੇ ਅੰਦਰ ਸਾਹਿਬਾਂ ਦੇ ਖਜ਼ਾਨੇ ਦੇ ਦਰਸ਼ਨ ਕਰਨ ਵਾਸਤੇ ਸੁਭਾਗਾ ਸਮਾਂ ਬਖਸ਼ਿਆ ਹੈ ਗੁਰੂ ਪਿਆਰੇ। ਕਿਉਂਕਿ ਹਜ਼ੂਰ ਕਹਿੰਦੇ ਦਰਸ਼ਨ ਆ ਨਹੀਂ ਹੁੰਦੇ ਕਿ ਅਸੀਂ ਆ ਕੇ ਗੁਰੂ ਘਰ ਵਿਖੇ ਦਰਸ਼ਨ ਕੀਤੇ, ਜਿਹਨੂੰ ਅਸੀਂ ਦਰਸ਼ਨ ਕਹਿੰਦੇ ਆ ਕਿ ਅਸੀਂ ਆ ਕੇ ਮੱਥਾ ਟੇਕਿਆ, ਗੁਰੂ ਸਾਹਿਬ ਜੀ ਦੇ ਦੁਆਲੇ ਪਰਿਕਰਮਾ ਕੀਤੀਆਂ ਤੇ ਪ੍ਰਸ਼ਾਦ ਲੈ ਕੇ ਤੇ ਆਪਣੇ ਘਰ ਨੂੰ ਚਲੇ ਗਏ। ਪਿਆਰਿਓ, ਇਸ ਨੂੰ ਦਰਸ਼ਨ ਨਹੀਂ ਕਿਹਾ ਜਾਂਦਾ। ਉਂਝ ਅਸੀਂ ਆਖ ਦਿੰਨੇ ਆ ਕਿ ਅਸੀਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ ਆ, ਪਰ ਦਰਸ਼ਨ ਗੁਰਦੇਵ ਜੀ ਦੇ ਇਸ ਨੂੰ ਨਹੀਂ ਕਿਹਾ ਜਾਂਦਾ। ਹਜ਼ੂਰ ਕਹਿੰਦੇ ਆ ਨਾ, ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁਖ ਜਾਏ। ਗੁਰੂ ਸਵਾਰੇ ਸਤਸੰਗੀਓ, ਖਿਆਲ ਰੱਖਿਓ ਇਸ ਗੱਲ ਦਾ
ਕਿ ਸਾਰੇ ਦੁੱਖਾਂ ਨੂੰ, ਜਨਮ ਮਰਨ ਦੇ ਦੁੱਖਾਂ ਨੂੰ, ਸਾਰੇ ਪ੍ਰਕਾਰ ਦੇ ਰੋਗਾਂ ਨੂੰ ਦੂਰ ਕਰਨ ਦਾ ਦਾਰੂ ਦਵਾਈ ਜਿਹੜੀ ਆ ਉਹ ਗੁਰਦੇਵ ਜੀ ਨੇ ਦੱਸਿਆ ਕਿ ਦਰਸ਼ਨ ਪਰਸੀਐ ਗੁਰੂ ਕੇ। ਤੇ ਜੇ ਫਿਰ ਵੀ ਸਾਡੇ ਦੁੱਖ ਰੋਗ ਨਹੀਂ ਦੂਰ ਹੋ ਰਹੇ, ਸਾਡਾ ਜਨਮ ਮਰਨ ਦਾ ਦੁੱਖ ਨਹੀਂ ਕੱਟਿਆ ਜਾ ਰਿਹਾ, ਤੇ ਪਿਆਰਿਓ ਦਵਾਈ ਦੇ ਵਿੱਚ ਕੋਈ ਊਣਤਾਈ ਨਹੀਂ। ਗੱਲ ਕੀ ਸਾਡਾ ਪਰਹੇਜ਼ ਨਹੀਂ ਸਹੀ ਜਾਂ ਸਾਡਾ ਖਾਣ ਦਾ ਤਰੀਕਾ ਨਹੀਂ ਸਹੀ, ਕਿਉਂਕਿ ਦਵਾਈਆਂ ਵੱਖਰੀਆਂ ਵੱਖਰੀਆਂ ਹੁੰਦੀਆਂ। ਹੋਮਿਓਪੈਥਿਕ ਦਵਾਈ ਨੂੰ ਕਿਸੇ ਤਰੀਕੇ ਦੇ ਨਾਲ ਖਾਣਾ ਪੈਂਦਾ ਆ, ਆਯੁਰਵੈਦਿਕ ਦਵਾਈ ਨੂੰ ਕਿਸੇ ਤਰੀਕੇ ਦੇ ਨਾਲ, ਦੁੱਧ ਦੇ ਨਾਲ ਜਾਂ ਲੱਸੀ ਦੇ ਨਾਲ ਜਾਂ ਹੋਰ ਤਰੀਕਿਆਂ ਦੇ ਨਾਲ ਖਾਣਾ ਪੈਂਦਾ ਆ। ਤੇ ਜੇ ਅਸੀਂ ਉਸ ਤਰੀਕੇ ਦੇ ਨਾਲ ਨਾ ਖਾਈਏ ਤੇ ਉਹ ਦਵਾਈ ਸਹੀ ਤਰੀਕੇ ਦੇ ਨਾਲ ਕੰਮ ਕਾਰਜ ਨਹੀਂ ਕਰਦੀ। ਫਿਰ ਅਸੀਂ ਜਾ ਕੇ ਵੈਦ ਨੂੰ ਆਖਦੇ ਹਾਂ ਭਾਈ ਤੇਰੀ ਦਵਾਈ ਨੇ ਕੰਮ ਨਹੀਂ ਕੀਤਾ। ਬਿਲਕੁਲ ਇਸੇ ਤਰ੍ਹਾਂ ਅਸੀਂ ਅੱਜ ਗੁਰੂ ਦੇ ਕੋਲ ਵੀ ਉਲਾਮੇ ਲੈ ਕੇ ਆਉਨੇ ਆ ਨਾ। ਤੇ ਪਿਆਰਿਓ ਗੱਲ ਇਹੋ ਹੀ ਜੇ ਕਿ ਅਸੀਂ ਦਰਸ਼ਨ ਸਹੀ ਤਰੀਕੇ ਨਾਲ ਨਹੀਂ ਕੀਤੇ। ਗੁਰੂ ਦਾ ਦਰਸ਼ਨ ਹੀ ਇਹ ਹੈ ਕਿ ਗੁਰੂ ਦੇ ਸ਼ਬਦ ਨੂੰ ਸਮਝ ਕੇ, ਪੜ੍ਹ ਕੇ ਆਪਣੇ ਜੀਵਨ ਦੇ ਅੰਦਰ ਵਸਾ ਲੈਣਾ। ਗੁਰੂ ਦਾ ਦਰਸ਼ਨ ਆਇਆ ਤੇ ਤਾਂ ਗੁਰਦੇਵ ਜੀ ਨੇ ਆਖਿਆ, ਹਜ਼ੂਰ ਕਹਿੰਦੇ ਆ ਨਾ, ਕਹਿੰਦੇ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੈ ਵਿਚਾਰ। ਕਹਿੰਦੇ ਦੇਖਣ ਦੇ ਨਾਲ, ਕੇਵਲ ਅੱਖਾਂ ਦੇ ਨਾਲ ਇਕੱਲੇ ਦੇਖ ਲਿਆ ਆ ਕੇ, ਡਿਠੇ ਮੁਕਤ ਨਾ ਹੋਵਈ, ਜਨਮ ਮਰਨ ਦਾ ਗੇੜ ਇਸ ਤਰ੍ਹਾਂ ਨਹੀਂ ਕੱਟਿਆ ਜਾਣਾ। ਕਿਉਂਕਿ ਇਹ ਪੰਕਤੀ ਤੇ ਸੱਤ ਆ ਨਾ, ਬਾਣੀ ਦੇ ਅੰਦਰ ਜੋ ਕੁਝ ਵੀ ਲਿਖਿਆ ਸੀ ਮੰਨਦੇ ਆ ਨਾ ਇਸ ਗੱਲ ਨੂੰ ਕਿ ਸੱਤ ਕਰਕੇ ਲਿਖਿਆ ਪਾਤਸ਼ਾਹ ਜੀ ਨੇ। ਤੇ ਹਜ਼ੂਰ ਨੇ ਜੇ ਕਹਿ ਦਿੱਤਾ ਕਿ ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਪਰ ਉੱਥੇ ਦਰਸ਼ਨ ਪਰਸਣ ਦੀ ਗੱਲ ਹੋਈ ਆ। ਪਿਆਰ ਦੇ ਨਾਲ ਆ ਕੇ ਬਾਣੀ ਨੂੰ ਪੜ੍ਹ ਕੇ ਤੇ ਉਹਦੀ ਵਿਚਾਰ ਦੇ ਨਾਲ ਜੁੜਨਾ। ਸੋ ਆਪ ਵਡਭਾਗੇ ਹੋ ਜੋ ਮੇਰੇ ਵਾਂਗ ਇਹੋ ਜਿਹੇ ਦਰਸ਼ਨਾਂ ਦੇ ਵਿੱਚ ਨਹੀਂ ਪਏ, ਗੁਰੂ ਦੇ ਸ਼ਬਦ ਦੀ ਵਿਚਾਰ ਦੇ ਦਰਸ਼ਨ ਕਰਨ ਵਾਸਤੇ ਜੁੜਦੇ ਹੋ। ਵਡਭਾਗੇ ਹੋ ਤੇ ਸਿਆਣਪ ਵਾਲੇ ਸੂਝਵਾਨ ਹੋ। ਸਤਿਗੁਰੂ ਜੀ ਨੇ ਸਮਾਂ ਬਖਸ਼ਿਆ ਹੈ ਪਿਆਰਿਓ, ਸਾਡੀ ਝੋਲੀਆਂ ਭਰੀਆਂ ਨੇ ਇਸ ਦਾਤ ਦੇ ਨਾਲ ਕਿ ਗੁਰੂ ਦੇ ਸ਼ਬਦ ਦੀ ਅਗੰਮੀ ਵਿਚਾਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਆ, ਤੇ ਉਸ ਵਡਿਆਈ ਦੇ ਅਨੁਸਾਰ ਹੀ ਸਾਡੇ ਤੇ ਕਿਰਪਾ ਵੀ ਹੋਈ ਆ ਕਿ ਭਾਈ ਆਸਾ ਕੀ ਵਾਰ ਦੀ ਬਾਣੀ ਦੀ ਜਿਹੜੀ ਵਿਚਾਰ ਆਪਾਂ ਲੜੀਵਾਰ ਕੁਝ ਰੋਜ਼ਾਂ ਤੋਂ ਜਿਹੜੀ ਆਰੰਭ ਕੀਤੀ ਹੈ ਪਿਆਰਿਓ, ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ ਅੱਜ 8ਵੀਂ ਪੌੜੀ ਦੀ ਆਰੰਭਤਾ ਤੇ ਜੋ ਪਹਿਲੇ 2 ਸ਼ਲੋਕ ਹਨ 8ਵੀਂ ਪੌੜੀ ਦੇ ਨਾਲ, ਉਹਨਾਂ ਦੇ ਵਿੱਚੋਂ ਪਹਿਲਾ ਸ਼ਲੋਕ, ਜੋ ਸ਼ਲੋਕ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਹੋਇਆ ਆਪ ਸੰਗਤਾਂ ਨੇ ਪਿਆਰ ਦੇ ਸਹਿਤ ਸਰਵਣ ਕੀਤਾ। ਪਿਆਰਿਓ, ਮੈਂ ਬੇਨਤੀ ਕਰਾਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਅੰਦਰ ਕਿ ਗੁਰਦੇਵ ਜੀ ਦੀ 7ਵੀਂ ਪੌੜੀ ਦੀ ਵਿਚਾਰ ਨੂੰ ਨਾਲ ਰਲਾਉਣ ਵਾਸਤੇ, ਕਿਉਂਕਿ ਪਿਆਰਿਓ ਸਾਰੀ ਬਾਣੀ ਜਿਹੜੀ ਆ ਨਾ ਉਹ ਸਾਨੂੰ ਇੱਕ ਯਾਤਰਾ ਕਰਾ ਰਹੀ ਹੈ। ਸਮਝਿਓ ਇਸ ਗੱਲ ਨੂੰ, ਸਾਰੀ ਬਾਣੀ ਜਦੋਂ ਆਪਾਂ ਲੜੀਵਾਰ ਸੁਣਾਂਗੇ ਜਾਂ ਪੜਾਂਗੇ ਜਾਂ ਵਿਚਾਰਾਂਗੇ ਤੇ ਇੱਕ ਯਾਤਰਾ ਕਰਾ ਰਹੀ ਆ। ਸ਼ੁਰੂ ਕਿੱਥੋਂ ਹੋਈ ਗੱਲ? ਗੱਲ ਸ਼ੁਰੂ ਹੋਈ ਸੀ ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਉਣਾ ਜਿਨੇ ਮੈਨੂੰ ਮਨੁੱਖ ਤੋਂ ਦੇਵਤਾ ਬਣਾ ਦਿੱਤਾ। ਤੇ ਦੇਵਤਾ ਕਿਵੇਂ ਬਣਾ ਦਿੱਤਾ? ਅਕਾਲ ਪੁਰਖ ਦੇ ਨਾਲ ਜੋੜ ਕੇ। ਜਦੋਂ ਅਕਾਲ ਪੁਰਖ ਦੇ ਨਾਲ ਇਹ ਸਾਰੇ ਰਸਤੇ ਜਿੰਨੀਆਂ ਵੀ ਪੌੜੀਆਂ ਨੇ ਸਾਡੇ ਵਾਸਤੇ, ਅਸਲ ਦੇ ਵਿੱਚ ਇਹ ਪੌੜੀਆਂ ਵਾ ਚੜ੍ਹਨ ਵਾਸਤੇ। ਜਿਹੜਾ ਮਨੁੱਖ ਪੁੱਜ ਗਿਆ ਨਾ ਉਹਨੂੰ ਦਰਸ਼ਨ ਹੋ ਗਏ ਅਕਾਲ ਪੁਰਖ ਦੇ। ਜਦੋਂ ਅਕਾਲ ਪੁਰਖ ਦੇ ਨਾਲ ਜੁੜ ਗਿਆ, ਉਸ ਪਾਰਸ ਗੁਰੂ ਨੇ ਜੋੜ ਦਿੱਤਾ। ਫਿਰ ਅਖੀਰਲੀ ਪੌੜੀ ਦੇ ਵਿੱਚ ਜਾ ਕੇ ਇਹ ਗੱਲ ਕਹਿ ਦਿੱਤੀ, ਭਾਈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਕਿ ਇਹ ਜੇ ਮੈਨੂੰ ਪ੍ਰਾਪਤੀ ਵੀ ਹੋਈ, ਇਹ ਵੀ ਵੱਡੇ ਦੀਆਂ ਵਡਿਆਈਆਂ ਵਾ, ਕੁਛ ਕਿਹਾ ਨਹੀਂ ਜਾ ਸਕਦਾ ਉਹਦੇ ਬਾਬਤ। ਸਾਰੀ ਵਿਚਾਰ ਦੇ ਕੇ ਹਜ਼ੂਰ ਲਾਸਟ ਤੇ ਅਖੀਰ ਤੇ ਕਹਿੰਦੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਭਾਵ ਯਾਤਰਾ ਚੱਲ ਰਹੀ ਆ ਨਾ। ਹੁਣ ਅਸੀਂ 8ਵੀਂ ਪੌੜੀ ਤੇ ਖੜੇ ਆ ਤੇ ਪਹਿਲਾਂ ਵੇਖ ਲਈਏ ਕਿ 7ਵੀਂ ਤੇ ਅਸੀਂ ਕੀ ਵੇਖ ਕੇ ਆਏ ਆ। ਦੁਬਾਰਾ ਪਿੱਛੇ ਨੂੰ ਥੋੜਾ ਧਿਆਨ ਮਾਰੀਏ।
ਸਤਵੀਂ ਤੇ ਪਿਆਰਿਓ ਅਸੀਂ ਇਹ ਵੇਖ ਕੇ ਆਏ ਆ ਕਿ ਜੀਵ ਦਾ ਜਿਹੜਾ ਜਨਮ ਆ ਉਹ ਹੰਕਾਰ ਦੇ ਵਿੱਚ ਹੁੰਦਾ ਤੇ ਮੌਤ ਤੱਕ ਜੀਵਨ ਦੇ ਸਾਰੇ ਕਾਰਜ ਹੰਕਾਰ ਦੇ ਵਿੱਚ ਹੀ ਚੱਲਦੇ ਆ। ਬਚਦਾ ਉਹ ਜਿਨੇ ਸੱਚ ਨੂੰ ਧਿਆ ਕੇ ਤੇ ਚਿੱਤ ਦੇ ਵਿੱਚ ਸੰਤੋਖ ਪੈਦਾ ਕਰ ਲਿਆ। ਹੁਣ ਅੱਜ ਜਿਹੜੀ ਬਖਸ਼ਿਸ਼ ਹੋਈ ਨਾ, ਸ਼ਲੋਕ ਜਿਹੜਾ ਆਪਾਂ ਪੜ੍ਹਿਆ ਹੈ, ਜਿਹੜਾ ਆਪ ਜੀ ਨੇ ਪਿਆਰ ਦੇ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੜ੍ਹਿਆ ਸੁਣਿਆ ਹੈ, ਇਸ ਸ਼ਲੋਕ ਦੇ ਅੰਦਰ ਸਾਹਿਬਾਂ ਨੇ ਦੋ ਗੱਲਾਂ ਦਾ ਜ਼ਿਕਰ ਕੀਤਾ ਹੈ ਜਿਹਦੇ ਨਾਲ ਮਨੁੱਖ ਦੇ ਅੰਦਰ ਹਉਮੈ ਪੈਦਾ ਹੋਈ ਸੀ। ਭਾਵ ਪੈਦਾ ਤੇ ਜੀਵਨ ਦੇ ਅੰਦਰ ਰਹਿੰਦੀ ਆ, ਪਰ ਜਿਹੜਾ ਪ੍ਰਗਟਾਵਾ ਹਉਮੈ ਦਾ ਉਹ ਦੋ ਗੱਲਾਂ ਦੇ ਨਾਲ ਹੋ ਰਿਹਾ ਸੀ। ਇੱਕ ਤੇ ਗਿਆਨ ਦੇ ਨਾਲ ਤੇ ਦੂਜਾ ਧਨ ਮਾਲ ਦੇ ਨਾਲ, ਸੰਸਾਰ ਦੇ ਪਦਾਰਥਾਂ ਦੇ ਨਾਲ ਤੇ ਬ੍ਰਹਮ ਦੇ ਗਿਆਨ ਦੇ ਨਾਲ ਜਾਂ ਸੰਸਾਰ ਦੇ ਗਿਆਨ ਦੇ ਨਾਲ। ਜਿਹਦੇ ਕੋਲ ਇਹ ਵਸਤਾਂ ਆ ਗਈਆਂ ਉਹਨੇ ਹਉਮੈ ਦਾ ਪ੍ਰਗਟਾਵਾ ਕਰ ਹੈ ਸਾਰਿਆਂ ਦੇ ਵਿੱਚ। ਹਜ਼ੂਰ ਨੇ ਆਖਿਆ ਸਾਰੇ ਹੀ ਹਉਮੈ ਦੇ ਵਿੱਚ ਆ ਰਹੇ ਨੇ, ਸਾਰੇ ਹੀ ਹਉਮੈ ਦੇ ਵਿੱਚ ਜਾ ਰਹੇ ਨੇ, ਸਾਰੇ ਹੀ ਹਉਮੈ ਦੇ ਵਿੱਚ ਜੰਮ ਰਹੇ ਨੇ, ਸਾਰੇ ਹੀ ਹਉਮੈ ਦੇ ਵਿੱਚ ਮਰ ਰਹੇ ਨੇ। ਪਰ ਪ੍ਰਗਟਾਵਾ ਕਰਨ ਵਾਸਤੇ ਕੋਲ ਕੁਝ ਹੋਣਾ ਵੀ ਚਾਹੀਦਾ। ਜਿਵੇਂ ਆਪਾਂ ਆਖਾਂਗੇ ਨਾ, ਭਾਈ ਮੇਰੇ ਕੋਲ ਵੇਖੋ ਬੰਗਲਾ ਆ, ਇਸ ਲਈ ਕੋਲ ਹੋਣਾ ਵੀ ਕੁਝ ਚਾਹੀਦਾ। ਮੈਂ ਗਿਆਨੀ ਬੜਾ, ਇਹ ਵੀ ਹੰਕਾਰ ਦੀ ਗੱਲ ਆ, ਤੇ ਕੋਲ ਕੁਝ ਹੋਣਾ ਵੀ ਚਾਹੀਦਾ ਹੰਕਾਰ ਦਾ ਪ੍ਰਗਟਾਵਾ ਕਰਨ ਲਈ। ਦੋ ਗੱਲਾਂ ਨੇ। ਪਹਿਲੀ ਗੱਲ ਹੰਕਾਰ ਦੀ ਜਿਹੜੀ ਭਾਵ ਨਜ਼ਰ ਆਉਂਦਾ ਆ, ਜਿਹੜਾ ਪ੍ਰਗਟਾਵਾ ਹੁੰਦਾ ਹੰਕਾਰ ਦਾ, ਉਹ ਗੁਰੂ ਪਿਆਰੇ ਹੁੰਦਾ ਗਿਆਨ ਦੇ ਨਾਲ, ਤੇ ਦੂਜਾ ਹੁੰਦਾ ਜੇ ਧਨ ਪਦਾਰਥਾਂ ਦੇ ਨਾਲ। ਤੇ ਸੰਸਾਰ ਦੇ ਅੰਦਰ ਜੀਵ ਦੀ ਦੋਵੇਂ ਤਰ੍ਹਾਂ ਦੀ ਬਿਰਤੀ, ਦੋਵੇਂ ਜਿਹੜੀਆਂ ਵਸਤਾਂ ਨੂੰ ਇਕੱਠਾ ਕਰਨ ਦੀ ਬਿਰਤੀ ਜਿਹੜੀ ਉਹ ਮਨੁੱਖ ਦੇ ਵਿੱਚ ਆਦਿ ਕਾਲ ਤੋਂ, ਆਰੰਭਕ ਸਮੇਂ ਤੋਂ ਹੀ ਬਣੀ ਰਹੀ ਆ। ਕਿਉਂਕਿ ਅੱਜ ਉਹੋ ਹੀ ਮਨੁੱਖ ਆ ਜਿਹੜਾ ਕਦੇ ਦਰਖਤ ਦੇ ਪੱਤਿਆਂ ਦੇ ਨਾਲ ਸਰੀਰ ਢੱਕਦਾ ਹੁੰਦਾ ਸੀ, ਤੇ ਅੱਜ ਵੇਖੋ ਜਾਣਨ ਦੀ ਇੱਛਾ ਦੇ ਨਾਲ ਕਿ ਮੈਂ ਉਹਦੇ ਬਾਰੇ ਵੀ ਜਾਣਨਾ, ਉਹ ਕੀ ਵਸਤ ਆ। ਜਦੋਂ ਮਨੁੱਖ ਕਿਸੇ ਇੱਕ ਵਸਤ ਦੇ ਬਾਰੇ ਜਾਣ ਲੈਂਦਾ ਆ, ਉਹ ਦੂਜੀ ਦੇ ਬਾਰੇ ਜਾਣਨਾ ਸ਼ੁਰੂ ਕਰ ਦਿੰਦਾ ਹੈ। ਤੇ ਵੇਖੋ ਇਸ ਜਾਣਨ ਦੀ ਜਿਹੜੀ ਰੀਝ ਆ, ਜਾਣਨ ਦੀ ਜਿਹੜੀ ਇੱਛਾ ਇੰਨੀ ਕੁ ਮਨੁੱਖ ਦੇ ਵਿੱਚ ਪ੍ਰਬਲ ਆ ਕਿ ਧਰਤੀ ਦੇ ਬਾਰੇ ਜਾਣ ਕੇ ਇਹ ਥੱਕਿਆ ਨਹੀਂ, ਤੇ ਹੁਣ ਚੰਨ ਬਾਰੇ ਜਾਣਨ ਵਾਸਤੇ ਕਈ ਤਰ੍ਹਾਂ ਦੀਆਂ ਖੋਜਾਂ ਕਰਦਾ ਹੈ। ਹੋਰ ਗ੍ਰਹਿਾਂ ਦੇ ਬਾਰੇ, ਹੋਰ ਬ੍ਰਹਿਮੰਡਾਂ ਦੇ ਬਾਰੇ ਜਾਣਨ ਵਾਸਤੇ ਵੀ ਇਹ ਖੋਜਾਂ ਕਰ ਰਿਹਾ ਵਾ, ਕਿਉਂਕਿ ਗਿਆਨ ਲੈਣ ਦੀ ਭੁੱਖ ਆ। ਦੂਜੀ ਭੁੱਖ ਆ ਪਦਾਰਥ ਇਕੱਠੇ ਕਰਨ ਦੀ। ਦੋਵੇਂ ਭੁੱਖਾਂ ਦਾ ਜਿਹੜਾ ਨਿਬੇੜਾ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਲੋਕ ਦੇ ਵਿੱਚ ਦੱਸਿਆ। ਮੂਲ ਪੰਕਤੀ ਹੈ ਸ਼ਲੋਕ ਦੀ, ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ, ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ। ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ। ਮਿਤ ਤੋਂ ਭਾਵਿਆ ਜੀ ਗਿਣਤੀ। ਹਜ਼ੂਰ ਕਹਿੰਦੇ ਸੰਸਾਰ ਦੇ ਪਦਾਰਥਾਂ ਨੂੰ ਜਾਣਨ ਦੀ ਇੱਛਾ ਮਨੁੱਖ ਦੇ ਵਿੱਚ ਇੰਨੀ ਕੁ ਪ੍ਰਬਲ ਹੋ ਗਈ, ਕਾਰਨ ਕੀ ਹਉਮੈ ਦਾ ਪ੍ਰਗਟਾਵਾ। ਕਹਿੰਦੇ ਇੰਨੀ ਕੁ ਇੱਛਾ ਪ੍ਰਬਲ ਹੋ ਗਈ ਕਿ ਮਨੁੱਖ ਜਿਹੜਾ ਉਹ ਜਾਣਨਾ ਚਾਹੁੰਦਾ ਆ ਕਿ ਸੰਸਾਰ ਤੇ ਕਿੰਨੇ ਕੁ ਜੀਵ ਪੈਦਾ ਹੋਏ, ਫਿਰ ਉਹ ਕਿਸ ਕਿਸ ਜਾਤੀ ਦੇ ਨੇ, ਕਿਵੇਂ ਦੀ ਤਰ੍ਹਾਂ ਦੇ ਉਹ ਉਹਨਾਂ ਦੀਆਂ ਹਰਕਤਾਂ ਨੇ, ਕਿਵੇਂ ਤਰ੍ਹਾਂ ਦੀਆਂ ਉਹਨਾਂ ਦੀਆਂ ਆਵਾਜ਼ਾਂ ਨੇ, ਉਹਨਾਂ ਦਾ ਭੋਜਨ ਕਿਸ ਤਰ੍ਹਾਂ ਦਾ ਹੈ, ਉਹਨਾਂ ਦਾ ਪਹਿਰਾਵਾ ਕਿਸ ਤਰ੍ਹਾਂ ਦਾ ਹੈ। ਫਿਰ ਥਾਵਾਂ ਦੇ ਬਾਰੇ ਵੀ ਜਾਣਨਾ ਚਾਹੁੰਦਾ, ਤੀਰਥ ਸਥਾਨਾਂ ਦੇ ਬਾਰੇ ਵੀ ਜਾਣਨਾ ਚਾਹੁੰਦਾ, ਨਦੀਆਂ ਨਾਲਿਆਂ ਦੇ ਬਾਰੇ, ਸਮੁੰਦਰਾਂ ਦੇ ਬਾਰੇ, ਧਰਤੀ ਦੇ ਖੰਡਾਂ ਦੇ ਬਾਰੇ ਵਿੱਚ, ਮੰਡਲਾਂ ਬ੍ਰਹਿਮੰਡਾਂ ਦੇ ਬਾਰੇ ਵਿੱਚ ਵੀ ਜਾਣਨਾ ਚਾਹੁੰਦਾ ਆ। ਪਰ ਹਜ਼ੂਰ ਨੇ ਨਿਬੇੜਾ ਕਰਕੇ ਦੱਸ ਦਿੱਤਾ, ਕਹਿੰਦੇ ਪੁਰਖਾਂ ਬਿਰਕਾਂ ਤੀਰਥਾਂ, ਪੁਰਖਾਂ ਭਾਵ ਮਨੁੱਖਾਂ, ਬਿਰਕਾਂ ਦਰਖਤ ਤੇ ਤੀਰਥ ਸਥਾਨ ਤੀਰਥਾਂ, ਤੱਟਾਂ ਮੇਘਾਂ ਖੇਤਾਂ। ਫਿਰ ਤੀਰਥਾਂ ਦੇ ਜਿਹੜੇ ਤੱਟ ਨੇ ਜਿਨ੍ਹਾਂ ਤੇ ਇਸ਼ਨਾਨ ਕਰਨ ਵਾਸਤੇ ਲੋਕ ਜਾਂਦੇ ਨੇ, ਮੇਘ ਜੀ ਬੱਦਲ, ਤੇ ਖੇਤਾਂ ਕਹਿੰਦੇ ਖੇਤਾਂ ਦੀ ਹਰਿਆਵਲ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾ। ਦੀਪਾਂ ਮਹਾਦੀਪ ਜਿਹੜੇ ਗਿਣੇ ਜਾਂਦੇ ਨੇ ਸੰਸਾਰ ਦੇ ਅੰਦਰ। ਲੋਆਂ ਭਾਵ ਲੋਕ, 3 ਲੋਕ ਮੰਨੇ ਗਏ ਨੇ, ਉਂਝ 14 ਲੋਕ ਵੀ ਕਿਹਾ ਜਾਂਦਾ ਆ,
ਤੇ ਤਿੰਨ ਲੋਕ ਵੀ ਕਿਹਾ ਜਾਂਦਾ ਏ, ਪਾਤਾਲ ਲੋਕ, ਸਵਰਗ ਲੋਕ, ਆਕਾਸ਼ ਲੋਕ ਤੇ ਧਰਤ, ਜਿਹਨੂੰ ਆਪਾਂ ਮਾਤ ਲੋਕ ਕਹਿ ਦਿੰਦੇ ਆ। ਸਵਰਗ ਲੋਕ ਤੇ ਆਕਾਸ਼ ਲੋਕ ਇੱਕੋ ਦਾ ਹੀ ਨਾਂ ਆ। ਤਿੰਨ ਲੋਕ ਮੰਨੇ ਗਏ ਨੇ। ਉਂਝ 14 ਲੋਕਾਂ ਦਾ ਵੀ ਜਿਹੜਾ ਜ਼ਿਕਰ ਆਉਂਦਾ ਹੈ ਕੁਝ ਗ੍ਰੰਥਾਂ ਦੇ ਅੰਦਰ, ਕੁਝ ਵਿਦਵਾਨਾਂ ਦੇ ਅਨੁਸਾਰ। ਫਿਰ ਮੰਡਲਾਂ ਭਾਵ ਜਿਹੜੇ ਸਾਡੇ ਧਰਤੀ ਦੇ ਜਿਹੜੇ ਚੱਕਰ ਨੇ, ਜਿਹੜੇ ਆਲੇ ਦੁਆਲੇ ਧਰਤੀ ਦੇ ਗ੍ਰਹਿ ਘੁੰਮ ਰਹੇ ਨੇ, ਜਾਂ ਧਰਤੀ ਜਿਨ੍ਹਾਂ ਗ੍ਰਹਿਾਂ ਦੇ ਆਲੇ ਦੁਆਲੇ ਘੁੰਮ ਰਹੀ, ਇਹਨਾਂ ਸਾਰਿਆਂ ਨੂੰ ਮੰਡਲ ਕਿਹਾ ਜਾਂਦਾ ਆ। ਖੰਡ ਤੋਂ ਭਾਵ ਟੁਕੜੇ, ਭਾਵ ਇਸ ਧਰਤੀ ਦੇ ਕਿੰਨੇ ਕੁ ਟੁਕੜੇ ਨੇ। ਟੁਕੜੇ ਤੋਂ ਭਾਵ ਇਹ ਟੁਕੜਿਆਂ ਦੇ ਵਿੱਚ ਵੰਡੀ ਹੋਈ ਆ। ਜਿਵੇਂ ਭਾਰਤ ਨੂੰ ਵੀ ਭਾਰਤ ਖੰਡ ਕਿਹਾ ਜਾਂਦਾ। ਕੁਝ ਗ੍ਰੰਥਾਂ ਦੇ ਵਿੱਚ ਭਰਤ ਖੰਡ ਵੀ ਨਾ ਆਉਂਦਾ, ਕਿਉਂਕਿ ਰਾਜਾ ਭਰਤ ਤੋਂ ਜਿਹੜੀ ਇਸ ਦੀ ਆਰੰਭਤਾ ਹੋਈ ਆ, ਇਸ ਕਰਕੇ ਭਾਰਤ ਖੰਡ ਵੀ ਆਉਂਦਾ ਤੇ ਭਰਤ ਖੰਡ ਵੀ ਆਉਂਦਾ ਜੀ। ਵਰ ਭੰਡਾ ਭਾਵ ਬ੍ਰਹਿਮੰਡਾਂ ਦੀ ਗੱਲ ਆ। ਅੰਡਜ ਜੇਰਜ ਉਤਪਜਾ ਖਾਣੀ ਸੇਤ ਜਾ, ਫਿਰ ਜਿਨ੍ਹਾਂ ਖਾਣੀਆਂ ਤੋਂ ਜੀਵ ਪੈਦਾ ਹੁੰਦੇ ਨੇ। ਅੰਡਜ ਭਾਵ ਆਂਡਿਆਂ ਤੋਂ ਪੈਦਾ ਹੋਣ ਵਾਲੇ ਪੰਛੀ ਆਦਿਕ। ਜੇਰਜ ਭਾਵ ਜੇਰ ਤੋਂ ਪੈਦਾ ਹੋਣ ਵਾਲੇ, ਵੀਰਜ ਤੋਂ ਪੈਦਾ ਹੋਣ ਵਾਲੇ ਮਨੁੱਖ ਅਤੇ ਜਾਨਵਰ। ਉਤਪਜਾ ਭਾਵ ਧਰਤੀ ਦੇ ਵਿੱਚੋਂ ਪੈਦਾ ਹੋਣ ਵਾਲੀ ਬਨਸਪਤੀ। ਸੇਤ ਜਾਂ ਕਹਿੰਦੇ ਮੁੜਕੇ ਦੇ ਨਾਲ, ਪਸੀਨੇ ਦੇ ਨਾਲ ਪੈਦਾ ਹੋਣ ਵਾਲੇ ਜੂਆਂ ਚਿੱਚੜ ਆਦਿ। ਫਿਰ ਇਹਨਾਂ ਬਾਰੇ ਵੀ, ਇਹਨਾਂ ਦੀਆਂ ਖਾਣੀਆਂ ਬਾਰੇ, ਹੋਰ ਵੀ ਗਿਆਨ ਜਿਹੜਾ ਸੰਸਾਰ ਦੇ ਸ੍ਰਿਸ਼ਟੀ ਬਾਰੇ ਚੱਲ ਕਿਵੇਂ ਰਹੀ, ਬਣੀ ਕਿਵੇਂ ਆ, ਸਾਰਾ ਗਿਆਨ ਜਿਹੜਾ ਮਨੁੱਖ ਜਾਣਨਾ ਚਾਹੁੰਦਾ ਜੀਵਨ ਦੇ ਅੰਦਰ। ਤੇ ਪਿਆਰਿਓ, ਇਸ ਗੱਲ ਨੂੰ ਵੇਖਿਓ ਗੁਰਮਤਿ ਦੀ ਵਿਚਾਰ ਦੇ ਅਨੁਸਾਰ। ਜਿੱਥੇ ਜਿੱਥੇ ਵੀ ਹਜ਼ੂਰ ਨੇ ਸੰਸਾਰ ਤੋਂ ਵੱਡੀ ਜਿਹੜੀ ਗਿਣਤੀ ਦੀ ਗੱਲ ਆ, ਜਾਂ ਸੰਸਾਰ ਦੀ ਸ੍ਰਿਸ਼ਟੀ ਰਚਨਾ ਦੀ ਗੱਲ ਆ, ਜਾਂ ਸੰਸਾਰ ਦੇ ਵਿੱਚ ਕਿੰਨੇ ਕੁ ਲੋਕ, ਕਿੰਨੀਆਂ ਕੁ ਜਾਤਾਂ, ਜਿੱਥੇ ਵੀ ਇਹ ਗੱਲ ਆਵੇਗੀ ਨਾ, ਗਿਆਨ ਦੀ ਉੱਚ ਕੋਟੀ ਦੀ ਵੱਡੀ ਤੋਂ ਵੱਡੀ ਗੱਲ ਆਵੇਗੀ ਨਾ, ਉੱਥੇ ਪਾਤਸ਼ਾਹ ਜੀ ਇਹ ਆਪਣਾ ਹੰਕਾਰ ਦਿਖਾਉਣ ਵਾਸਤੇ ਗੱਲ ਨਹੀਂ ਕਰਦੇ ਕਿ ਭਾਈ ਮੈਨੂੰ ਪਤਾ ਆ। ਕਿਉਂਕਿ ਮੇਰੇ ਵਰਗੇ ਜੀਵ ਦਾ ਇਹੋ ਹੀ ਕਾਰਨ ਹੋਵੇਗਾ, ਇਹੋ ਹੀ ਗੱਲ ਹੋਵੇਗੀ, ਇਹੋ ਸੁਭਾਅ ਹੋਵੇਗਾ ਕਿ ਭਾਈ ਮੈਨੂੰ ਪਤਾ ਆ ਜਾਂ ਮੈਂ ਸਹੀ ਕਹਿ ਰਿਹਾ। ਤੇ ਹਜ਼ੂਰ ਨੇ ਕਿਤੇ ਵੀ ਇਹ ਗੱਲ ਨਹੀਂ ਆਖੀ। ਜਪਜੀ ਸਾਹਿਬ ਵਿੱਚ ਬਚਨ ਆਉਂਦਾ ਜੀ, ਆਪਾਂ ਵਿਚਾਰ ਜਿਹੜੀ ਜਪਜੀ ਸਾਹਿਬ ਦੀ ਵੀ ਨਾਲ ਗੁਰੂ ਕਿਰਪਾ ਸਦਕਾ ਜਿਹੜੀ ਉਹ ਆਰੰਭਤਾ ਕਰਾਂਗੇ। ਜਪਜੀ ਸਾਹਿਬ ਦੇ ਵਿੱਚ ਬਚਨ ਆਉਂਦਾ ਜੇ, ਹਜ਼ੂਰ ਕਹਿੰਦੇ ਆ ਕਿ ਕਿਸ ਦਿਨ ਇਸ ਸ੍ਰਿਸ਼ਟੀ ਦੀ ਪੈਦਾਵਾਰ ਹੋਈ, ਕਿਹੜੀ ਥਿਤ ਸੀ, ਕਿਹੜਾ ਵਾਰ ਸੀ, ਕਿਹੜੀ ਰੁੱਤ ਸੀ, ਇਹ ਸਾਰਾ ਕੁਝ ਹੀ ਮਨੁੱਖ ਜਾਣਨਾ ਚਾਹੁੰਦਾ ਆ। ਪਰ ਜੇ ਕਵਣ ਸੇ ਰੁੱਤੀ ਮਾਹ ਕਵਣ ਜਿਤ ਹੋਆ ਆਕਾਰ, ਫਿਰ ਕਹਿੰਦੇ ਮਨੁੱਖ ਜਾਣਨਾ ਤੇ ਚਾਹੁੰਦਾ, ਪਰ ਜੇ ਪੰਡਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਹੁੰਦਾ ਤੇ ਉਹਨਾਂ ਪੁਰਾਣ ਦੇ ਵਿੱਚ ਲਿਖ ਦੇਣਾ ਸੀ। ਜੇ ਕਾਜ਼ੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਹੁੰਦਾ ਤੇ ਕੁਰਾਨ ਦੇ ਵਿੱਚ ਕੋਈ ਬਚਨ ਆਉਣਾ ਸੀ। ਜੇ ਜੋਗੀਆਂ ਨੂੰ ਪਤਾ ਲੱਗਾ ਹੁੰਦਾ, ਲੋਕਾਂ ਨੂੰ ਪਤਾ ਲੱਗਾ ਹੁੰਦਾ, ਤੇ ਉਹਨਾਂ ਨੇ ਅੱਜ ਤੱਕ ਗਿਆਨ ਦੇ ਵਿੱਚ ਇਹ ਗੱਲ ਜ਼ਰੂਰ ਕਹਿਣੀ ਸੀ। ਹਜ਼ੂਰ ਅਖੀਰ ਤੇ ਕਹਿੰਦੇ ਆ ਕਿ ਭਾਈ ਜਾ ਕਰਤਾ ਸਿਰ ਠੀਕਉ ਸਾਜੇ ਆਪੇ ਜਾਣੈ ਸੋਏ। ਜਿਹਨੇ ਸ੍ਰਿਸ਼ਟੀ ਨੂੰ ਸਾਜਿਆ ਉਹ ਆਪੇ ਹੀ ਜਾਣਦਾ ਵਾ ਇਸ ਗੱਲ ਨੂੰ। ਜਿੱਥੇ ਵੀ ਕਿਤੇ ਗਿਆਨ ਦਾ ਸਿਖਰ ਦਿਖਾਉਣ ਦੀ ਗੱਲ ਆਵੇਗੀ ਨਾ, ਉੱਥੇ ਹਜ਼ੂਰ ਕਹਿੰਦੇ ਆ ਹੱਥ ਜੋੜ ਕੇ ਕਿ ਭਾਈ ਮੈਨੂੰ ਨਹੀਂ ਪਤਾ, ਮੈਂ ਇਹ ਗੱਲ ਨਹੀਂ ਕਹਿ ਸਕਦਾ। ਸਾਹਿਬ ਸਾਰੀ ਬਾਣੀ ਦੀ ਰਚਨਾ ਕਰਕੇ ਤੇ ਅਖੀਰ ਤੇ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਵੀ ਉਹਦਾ ਕਥਨ ਕਰਨਾ ਜਾਂ ਉਹਦੀ ਬਣਾਈ ਸ੍ਰਿਸ਼ਟੀ ਦਾ ਕਥਨ ਕਰਨਾ ਲੋਹਾ ਚਬਾਉਣ ਦੇ ਵਾਂਗ ਆ, ਕਰੜਾ ਸਾਰ ਆ। ਇੱਥੇ ਵੀ ਹਜ਼ੂਰ ਗੁਰਮਤ ਦਾ ਇਹੋ ਤੱਤ ਸਾਰ ਦਿੰਦੇ, ਕਹਿੰਦੇ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ। ਹੁਣ ਤਿੰਨ ਚੀਜ਼ਾਂ ਹੋਰ ਜਿਹੜੀਆਂ ਦੇਖੋ, ਪੁਰਖ ਗਿਣ ਦਿੱਤੇ ਆ, ਬਿਰਖ ਦਰਖਤ ਗਿਣ ਦਿੱਤੇ ਆ, ਤੀਰਥ ਉਹਨਾਂ ਦੇ ਤੱਟ, ਮੇਘ ਖੇਤ, ਦਵੀਪ ਜਿਹੜੇ ਆ, ਲੋਕ ਆ, ਮੰਡਲ ਖੰਡ ਵਰਭੰਡ ਬ੍ਰਹਿਮੰਡ, ਅੰਡਜ ਜੇਰਜ ਉਤਪਜ ਤੇ ਸੇਤਜ, ਚਾਰ ਖਾਣੀਆਂ ਜਿਹੜੀਆਂ ਨੇ ਇਹ ਵੀ ਗਿਣ ਦਿੱਤੀਆਂ ਨੇ। ਹੁਣ ਕਹਿੰਦੇ ਤਿੰਨ ਚੀਜ਼ਾਂ ਹੋਰ, ਸਰਾ ਸਰੋਵਰ ਜਿੰਨੇ ਵੀ ਨੇ, ਮੇਰਾ ਪਰਬਤ ਜਿੰਨੇ ਵੀ ਨੇ, ਮੇਰ ਜਨਤਾਹ ਜਿੰਨੇ ਵੀ ਜੀਵ ਜੰਤ ਪੈਦਾ ਕੀਤੇ, ਹਜ਼ੂਰ ਕਹਿੰਦੇ ਸੋ ਮਿਤ ਜਾਣੈ ਨਾਨਕਾ, ਉਹ ਅਕਾਲ ਪੁਰਖ ਆਪੇ ਹੀ ਗਿਣਤੀ ਜਾਣਦਾ ਆ। ਭਾਈ ਇਹ ਆ ਨਿਮਰਤਾ, ਹੰਕਾਰ ਤੋਂ
दूर होने की अवस्था। क्योंकि मनुख जिहड़ा वो सदा इहो ही गल आखेगा, भाई मैनू पता आ, मैनू पता आ। फिर एक गल ते इत्थे जिहड़ी वो सानू स्पष्ट हो गई कि भाई एक जिहड़ा ज्ञान दा हंकार, उत्थे ये निमरता की गल आ कि भाई सो मित जाणै नानका, वो अकाल पुरख आपे जाणदा आ। दूजी गल आई जी साडे रिजक दी, साडे धन माल दी, जिहड़े पदार्थ आपां इकट्ठे कीते आ। हजूर कहंदे नानक जंत उपाय कै संभाले सबना, जिन करतै करना किया चिंता भे करनी ताह। ਜਿਹੜੀ ਪਿਆਰਿਓ ਪਦਾਰਥਾਂ ਨੂੰ ਇਕੱਠੇ ਕਰਨ ਦੀ ਗੱਲ ਆ ਨਾ, ਇਹਦੀ ਆਰੰਭਤਾ ਜੀਵ ਨੇ ਇਸ ਗੱਲ ਤੋਂ ਕੀਤੀ ਸੀ ਕਿ ਆਪਣੇ ਰਿਜ਼ਕ ਦੀ ਚਿੰਤਾ ਲੈ ਕੇ, ਕਿ ਮੈਂ ਅੱਜ ਭੋਜਨ ਛਕ ਲਿਆ, ਕੱਲ ਵਾਸਤੇ ਇਕੱਠਾ ਕਰ ਲਵਾਂ, ਜਾਂ ਸਵੇਰੇ ਛਕ ਲਿਆ ਤੇ ਸ਼ਾਮ ਵਾਸਤੇ ਇਕੱਠਾ ਕਰ ਲਵਾਂ, ਸ਼ਾਮ ਦਾ ਛਕ ਲਿਆ ਤੇ ਸਵੇਰ ਵਾਸਤੇ ਇਕੱਠਾ ਕਰ ਲਵਾਂ। ਇਸ ਤਰ੍ਹਾਂ ਇਕੱਠਾ ਕਰਦੇ 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 ਇੱਕ ਦਿਨ ਅੱਜ ਦਾ ਜਿਹੜਾ ਦਿਨ ਜਿਹੜਾ ਜੀਵ ਤੇ ਉਹ ਇਸ ਤਰ੍ਹਾਂ ਦਾ ਬਣ ਗਿਆ, ਮਨੁੱਖ ਪ੍ਰਾਣੀ ਮਾਤਰ ਤੇ ਇਸ ਤਰ੍ਹਾਂ ਦਾ ਬਣ ਗਿਆ ਕਿ ਸਾਡੇ ਕੋਲ ਛਕਣ ਵਾਸਤੇ ਤੇ ਕਈ ਕਈ ਸਾਲਾਂ ਦੇ ਪਦਾਰਥ ਪਏ ਆ, ਪਰ ਸੱਚ ਜਾਣਿਓ ਛਕਣ ਦਾ ਸਮਾਂ ਕੋਈ ਨਹੀਂ ਸਾਡੇ ਪਾਸ। ਛਕਣ ਵਾਸਤੇ ਪਦਾਰਥ ਸਾਡੇ ਕੋਲ ਫਰਿੱਜਾਂ ਦੀਆਂ ਫਰਿੱਜਾਂ, ਗੁਦਾਮ ਦੇ ਗੁਦਾਮ ਭਰੇ ਪਏ ਨੇ ਸਾਡੇ ਕੋਲ, ਪਰ ਛਕਣ ਵਾਸਤੇ ਸਮਾਂ ਇੱਕ ਪਲ ਦਾ ਨਹੀਂ ਰਿਹਾ ਸਾਡੇ ਕੋਲ। ਹਜ਼ੂਰ ਕਹਿੰਦੇ ਭਾਈ ਜਿਹੜੀ ਗੱਲ ਤੋਂ ਤੂੰ ਆਰੰਭਤਾ ਕੀਤੀ ਸੀ ਜੀਵਨ ਦੀ ਕਿ ਉਹ ਤੈਨੂੰ ਰਿਜ਼ਕ ਦੇਵੇਗਾ ਜਾਂ ਨਾ ਦੇਵੇਗਾ, ਪਾਤਸ਼ਾਹ ਜੀ ਕਹਿੰਦੇ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ। ਸਮਝ ਇਸ ਗੱਲ ਨੂੰ ਜੀਵਨ ਦੇ ਅੰਦਰ ਕਿ ਜਿੰਨੇ ਵੀ ਜੀਵ ਜੰਤ ਉਹਨੇ ਪੈਦਾ ਕੀਤੇ ਨੇ, ਉਹਨਾਂ ਸਾਰਿਆਂ ਦੀ ਪ੍ਰਤਪਾਲਨਾ ਸੰਭਾਲ ਉਹ ਆਪ ਕਰ ਰਿਹਾ ਵਾ। ਤੈਨੂੰ ਇਸ ਗੱਲ ਦੇ ਚੱਕਰ ਦੇ ਵਿੱਚ, ਇਸ ਗੱਲ ਦੀ ਚਿੰਤਾ ਦੇ ਵਿੱਚ ਪੈ ਕੇ ਪਦਾਰਥ ਇਕੱਠੇ ਕਰਨ ਦੀ ਲੋੜ ਨਹੀਂ ਸੀ ਕਿ ਮੈਨੂੰ ਕੱਲ ਨੂੰ ਭੋਜਨ ਮਿਲੇਗਾ ਜਾਂ ਨਹੀਂ ਮਿਲੇਗਾ। ਮੇਰੇ ਸਮੇਤ ਸਾਰਿਆਂ ਨੂੰ ਇਹ ਉਪਦੇਸ਼ ਆ, ਕਿਉਂਕਿ ਅਸੀਂ ਕੋਈ ਸੰਸਾਰਕ ਤੌਰ ਤੇ ਕੋਈ ਵੱਖਰੇ ਨਹੀਂ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਅਸੀਂ ਜੀਵਨ ਦੇ ਵਿੱਚ ਸਮਝਣ ਆਇਆ ਤੇ ਸਾਰੇ ਹੀ ਸਮਝਣ ਵਾਸਤੇ ਆਏ ਆ ਪਿਆਰਿਓ। ਕੋਈ ਇੱਥੇ ਬੁਲਾਰਾ ਜਾਂ ਕੋਈ ਵਕਤਾ ਜਾਂ ਕੋਈ ਸਰੋਤਾ ਨਹੀਂ, ਅਸੀਂ ਸਾਰੇ ਗੁਰੂ ਪਾਤਸ਼ਾਹ ਜੀ ਦੇ ਸੇਵਕ, ਗੁਰੂ ਪਾਤਸ਼ਾਹ ਜੀ ਦੇ ਸਿੱਖ ਦਾਸ ਆ ਤੇ ਸਾਰਿਆਂ ਨੇ ਹੀ ਇਸ ਗੱਲ ਨੂੰ ਸਮਝਣ ਆਇਆ। ਹਜ਼ੂਰ ਕਹਿੰਦੇ ਆ ਦੇਖੋ ਕਿ ਸੰਸਾਰ ਤੇ ਨਾ ਜੀਵ ਨੂੰ ਭੇਜਣ ਤੋਂ ਪਹਿਲਾਂ ਉਹਦਾ ਰਿਜ਼ਕ ਪੈਦਾ ਕਰਕੇ ਭੇਜ ਦਿੱਤਾ ਅਕਾਲ ਪੁਰਖ ਨੇ। ਪਹਿਲੋਂ ਦੇ ਤੈ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਕਹਿੰਦੇ ਪਹਿਲਾਂ ਰਿਜ਼ਕ ਪੈਦਾ ਕਰ ਦਿੱਤਾ, ਫਿਰ ਸਿਰ ਸੇ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰੇ। ਫਿਰ ਜਾ ਕੇ ਜੀਵ ਪੈਦਾ ਹੋਇਆ, ਪਹਿਲਾਂ ਰਿਜ਼ਕ ਪੈਦਾ ਹੋਇਆ ਉਹਦਾ। ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਆਗੇ ਤੋਂ ਭਾਵ ਪਹਿਲਾਂ ਰਿਜ਼ਕ ਧਰ ਦਿੱਤਾ ਹੈ। ਸਮਾਂ ਸੀਮਤ ਹੈ, ਮੈਂ ਟੂਕ ਮਾਤਰ ਜਿਹੜੀ ਇੱਕ ਛੋਟੀ ਜੀ ਘਟਨਾ ਵਿਚਾਰ ਜਿਹੜੀ ਉਹ ਭਗਤ ਸਾਹਿਬ ਜੀ ਦੇ ਜੀਵਨ ਦੀ ਸਾਂਝੀ ਕਰਦੇ ਆ। ਭਗਤ ਧੰਨਾ ਜੀ ਆਪਣੇ ਘਰ ਦੇ ਵਿੱਚੋਂ ਦੀ ਨਿਕਲੇ, ਸੈਰ ਕਰਦੇ ਆ, ਕਿਸੇ ਪਗਡੰਡੀ ਤੇ ਤੁਰੇ ਜਾ ਰਹੇ ਨੇ ਤੇ ਇੱਕ ਪੱਥਰ ਜਿਹੜਾ ਨਾ ਉਹ ਭਗਤ ਜੀ ਦੇ ਪੈਰਾਂ ਦੇ ਨਾਲ ਵੱਜ ਕੇ ਤੇ ਉਹ ਟੁੱਟ ਗਿਆ। ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ। ਕੀੜੇ ਨੂੰ ਵੇਖਿਆ ਤੇ ਕੀੜੇ ਦੇ ਮੁੱਖ ਦੇ ਅੰਦਰ ਬੇਰ ਦਾ ਪੱਤਾ, ਤੇ ਉਹਨੂੰ ਖਾ ਕੇ ਤੇ ਆਪਣਾ ਪੇਟ ਭਰ ਰਿਹਾ ਕੀੜਾ। ਭਗਤ ਜੀ ਵੇਖ ਕੇ ਤੇ ਵਿਸਮਾਦੀ ਅਵਸਥਾ ਦੇ ਵਿੱਚ ਪੁੱਜ ਗਈ। ਉਹਨਾਂ ਬਚਨ ਲਿਖਿਆ ਵਾ, ਭਗਤ ਬਾਣੀ ਦੇ ਅੰਦਰ ਦਰਜ ਹੈ, ਪਾਖਾਨ ਕੀਟ ਗੁਪਤ ਹੋਏ ਰਹਿਤਾ, ਤਾਂ ਚਉ ਮਾਰਗ ਨਾਹੀ। ਪਾਖਾਨ ਕਹਿੰਦੇ ਪੱਥਰ ਨੂੰ, ਕਹਿੰਦੇ ਉਹਦੇ ਵਿੱਚ ਵੀ ਗੁਪਤ ਹੋ ਕੇ ਕੀੜਾ ਰਹਿ ਰਿਹਾ, ਉੱਥੇ ਜਾਣ ਵਾਸਤੇ ਜਾਂ ਆਉਣ ਵਾਸਤੇ ਕੋਈ ਮਾਰਗ ਨਹੀਂ ਹੈ ਅੰਦਰ। ਜੇ ਮਾਰਗ ਹੋਵੇ ਤੇ ਕੀੜਾ ਬਾਹਰ ਆ ਜਾਵੇ, ਪਰ ਅੰਦਰ ਜਾਣ ਵਾਸਤੇ ਕੋਈ ਮਾਰਗ ਨਹੀਂ। ਪਾਖਾਨ ਕੀਟ ਗੁਪਤ ਹੋਏ ਰਹਿਤਾ, ਤਾ ਚਉ ਮਾਰਗ ਨਾਹੀ। ਕਹੈ ਧਨਾ ਪੂਰਨ ਤਾਹੂ ਕੋ ਮਾਤਰੇ ਜੀਵ ਡਰਾਹੀ। ਹੇ ਜਿੰਦ, ਹੇ ਜੀਵ ਤੂੰ ਡਰ ਨਾ। ਉਸ ਨੂੰ ਵੀ ਪੂਰਨ ਵਾਸਤੇ, ਉਸ ਨੂੰ ਵੀ ਭੋਜਨ ਦੇਣ ਵਾਸਤੇ ਅਕਾਲ ਪੁਰਖ ਬੈਠਾ। ਵੇਖ ਉਹਨੂੰ ਵੀ ਭੋਜਨ ਦਿੱਤਾ ਆ ਤੇ ਤੈਨੂੰ ਉਹ ਭੋਜਨ ਨਾ ਦੇਵੇਗਾ ਭਲਾ। कलगीधर पातशाह जी भजन लिखते, कहते जब दांत ना थे तब दूध दिया, जब दांत ना थे तब दूध दिया, जब दांत दिए तब रिजक न दे है।
ਜਦੋਂ ਦੰਦ ਨਹੀਂ ਸੀ ਉਦੋਂ ਤੈਨੂੰ ਦੁੱਧ ਦਿੱਤਾ ਸੀ, ਹੁਣ ਦੰਦ ਦੇ ਦਿੱਤੇ ਤੇ ਤੈਨੂੰ ਰਿਜ਼ਕ ਨਾ ਦਊਗਾ ਭਲਾ? ਜਦੋਂ ਦੇ ਦੰਦ ਆਏ ਆ ਤੂੰ ਇਸੇ ਆਹਰ ਦੇ ਵਿੱਚ ਹੀ ਲਗਾ, ਭਾਈ ਰਿਜ਼ਕ ਇਕੱਠਾ ਹੋ ਜਾਵੇ, ਰਿਜ਼ਕ ਇਕੱਠਾ ਹੋ ਜਾਵੇ। ਆਪਣਾ ਖਾ ਲਿਆ, ਆਪਣੇ ਬੱਚਿਆਂ ਵਾਸਤੇ ਇਕੱਠਾ ਕਰਦਾ ਫਿਰਦਾ, ਫਿਰ ਪੋਤਰੇ ਪੋਤਰੀਆਂ, ਦੋਤਰੇ ਦੋਤਰੀਆਂ, ਪੜ ਪੋਤਰਿਆਂ ਤੱਕ ਗੱਲ ਚਲੀ ਜਾਂਦੀ ਆ। ਪਿਆਰਿਓ, ਮੈਂ ਕੀ ਕਰ ਰਿਹਾ? ਆਉਣ ਵਾਲੀ ਪੀੜ੍ਹੀਆਂ ਵਾਸਤੇ ਇਕੱਠਾ ਕਰ ਰਿਹਾ, ਜਿਨ੍ਹਾਂ ਨੂੰ ਅਜੇ ਵੇਖਿਆ ਤੱਕ ਨਹੀਂ, ਉਹਨਾਂ ਵਾਸਤੇ ਇਕੱਠਾ ਕਰਦੇ ਆ, ਆਪਣਾ ਹੰਕਾਰ ਵਧਾਈ ਜਾ ਰਿਹਾ। ਹਜ਼ੂਰ ਕਹਿੰਦੇ ਆ, ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ, ਜਿਨ ਕਰਤੈ ਕਰਨਾ ਕੀਆ ਚਿੰਤਾ ਭੇ ਕਰਨੀ ਤਾ। ਬਚਨ ਆਪਾਂ ਪੜਿਆ ਮੰਗਲਾਚਰਨ ਦੇ ਅੰਦਰ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ ਤਿਨਾ ਭੀ ਰੋਜੀ ਦੇ। ਜਲ ਦੇ ਪਾਣੀ ਦੇ ਅੰਦਰ ਵੀ ਜੀਵ ਜਿਹੜੇ ਪੈਦਾ ਕੀਤੇ, ਉਹਨਾਂ ਨੂੰ ਵੀ ਰਿਜ਼ਕ, ਉਹਨਾਂ ਨੂੰ ਵੀ ਰੋਜ਼ੀ ਦੇ ਰਿਹਾ, ਭੋਜਨ ਦੇ ਰਿਹਾ ਹੈ ਅਕਾਲ ਪੁਰਖ। ਇਸ ਲਈ ਸਾਹਿਬ ਕਹਿੰਦੇ, ਜਿਨ ਕਰਤੈ ਕਰਨਾ ਕੀਆ, ਜਿਨੇ ਸਾਰੀ ਸ੍ਰਿਸ਼ਟੀ ਬਣਾਈ ਆ, ਕਰਤੇ ਅਕਾਲ ਪੁਰਖ ਨੇ। ਚਿੰਤਾ ਭੇ ਕਰਨੀ, ਤਾਂ ਉਹਨੂੰ ਤੇਰੀ ਚਿੰਤਾ ਹੈ, ਤੂੰ ਕੀ ਕਰਨਾ? ਉਹਦਾ ਚਿੰਤਨ ਕਰ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਉਸ ਅਕਾਲ ਪੁਰਖ ਨੂੰ ਤੇਰੀ ਚਿੰਤਾ ਹੈ, ਉਹ ਆਪ ਜਿਨੇ ਸਾਰਾ ਸੰਸਾਰ ਪੈਦਾ ਕੀਤਾ। ਦੇਖੋ, ਇੱਕ ਪਿਓ ਦੇ, ਇੱਕ ਬਾਪ ਦੇ 4 ਬੱਚੇ ਹੋਣ ਨਾ, ਤੇ ਉਹਨੂੰ ਚਾਰਾਂ ਦੇ ਰਿਜ਼ਕ ਦੀ, ਇਹੋ ਆਪਾਂ ਵਿਚਾਰ ਕਰ ਰਹੇ ਨਾ, ਚਾਰਾਂ ਦੇ ਰਿਜ਼ਕ ਦੀ ਜਿਹੜੀ ਉਹ ਫਿਕਰ ਰਹਿੰਦੀ ਆ। ਤੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਖਾ, ਜਿਹਦੇ ਇੰਨੇ ਧੀਆਂ ਸਪੁੱਤਰ ਨੇ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਹੁਣ ਜੇ ਇੱਕ ਦੇ ਅਸੀਂ ਬੱਚੇ ਆ ਸਾਰੇ, ਤੇ ਸਾਡੀ ਸਾਰੇ ਬੱਚਿਆਂ ਦੀ ਸਾਰ ਲੈਣ ਵਾਲਾ ਉਹ ਇੱਕ ਬੈਠਾ, ਜਿਹੜਾ ਸਾਨੂੰ ਸਾਸ ਕੱਲੇ ਕੱਲੇ ਸਾਹ ਦੇ ਨਾਲ ਸਾਨੂੰ ਸੰਭਾਲ ਰਿਹਾ, ਸਾਡੀ ਪ੍ਰਤਪਾਲਨਾ ਕਰ ਰਿਹਾ ਵਾ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਕਹਿੰਦੇ ਉਹ ਆਪ ਜੀ ਨੇ ਸੰਸਾਰ ਪੈਦਾ ਕੀਤਾ, ਉਹ ਆਪ ਚਿੰਤਾ ਕਰੇਗਾ। ਤੂੰ ਕੀ ਕਰਨਾ ਆ ਜੀਵਨ ਦੇ ਵਿੱਚ ਕਾਰਜ ਕਰਨਾ? ਕਹਿੰਦੇ ਤਿਸ ਜੋਹਾਰੀ ਸਵਸਤ ਤਿਸ, ਤਿਸ ਦੀ ਬਾਣ ਅਭੱਗ। ਕਹਿੰਦੇ ਉਹਨੂੰ ਨਮਸਕਾਰ ਕਰਨੀ ਹੈ। ਤਿਸ ਜੋਹਾਰੀ ਸਵਸਤ ਤਿਸ, ਤਿਸ ਦੀ ਬਾਣ ਅਭੱਗ। ਉਹਦਾ ਸੇਵਕ ਬਣ ਕੇ ਤਾਬਿਆਂ ਦੇ ਵਿੱਚ ਉਹਦੀ ਬਹਿਣਾ ਆ, ਉਹਦਾ ਨਾਮ ਜਪਣਾ, ਉਹਨੂੰ ਜੋਹਾਰੀ ਭਾਵ ਉਹਨੂੰ ਨਮਸਕਾਰ ਕਰਨੀ ਹੈ। ਹੁਣ ਜਿਹੜਾ ਦੇਖਦਾ ਨਹੀਂ, ਉਹਨੂੰ ਨਮਸਕਾਰ ਕਿਵੇਂ ਕਰਨੀ? ਉਹਦਾ ਨਾਮ ਜਪ ਕੇ, ਉਹਦੀ ਉਸਤਤ ਕਰਕੇ। ਸੰਸਾਰ 'ਚ ਜੇ ਸਾਨੂੰ ਕੁਝ ਕੋਈ ਦੇ ਦੇਵੇ ਨਾ, ਇੱਕ ਦਿਨ ਵਾਸਤੇ ਖਾਣ ਵਾਸਤੇ, ਅਸੀਂ ਉਹਦੀ ਉਸਤਤ, ਅਸੀਂ ਉਹਦੇ ਜਿਹੜੀ ਵਡਿਆਈ ਕਰਨੋਂ ਥੱਕਦੇ ਨਹੀਂ। ਜੇ ਅਸੀਂ ਅਕ੍ਰਿਤ ਘਣ ਨਹੀਂ ਹਾਂ ਤਾਂ, ਤੇ ਅਕਾਲ ਪੁਰਖ ਤੋਂ ਅਸੀਂ ਅਵੇਸਲੇ ਅਕ੍ਰਿਤ ਘਣ ਕਿਵੇਂ ਹੋ ਸਕਦੇ, ਜਿਹੜਾ ਸਾਨੂੰ ਦਿਨ ਰਾਤ ਖਾਣ ਵਾਸਤੇ ਦੇ ਰਿਹਾ? ਪਿਆਰਿਓ, ਹਜ਼ੂਰ ਅਖੀਰਲੀ ਪੰਕਤੀ ਵਿੱਚ ਬਚਨ ਕਰਦੇ, ਸਮੇਂ ਦੀ ਸਮਾਪਤੀ ਹੈ। ਅਖੀਰਲੀ ਪੰਕਤੀ ਦੀ ਆਪਾਂ ਵਿਚਾਰ ਕਰਕੇ ਤੇ ਪਿਆਰਿਓ ਆਪ ਜੀ ਦੇ ਪਾਸੋਂ ਖਿਮਾ ਦੇ ਜਾਚਕ ਹੋਣਾ। ਗੁਰਦੇਵ ਜੀ ਬਚਨ ਕਰਦੇ, ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਹੁਣ ਦੇਖੋ, ਲੜੀਵਾਰ ਵਿਚਾਰ ਦੀ ਆਪਾਂ ਗੱਲ ਕੀਤੀ ਆਰੰਭਤਾ ਤੇ, ਇੱਥੇ ਸਤਿਗੁਰੂ ਜੀ ਨੇ ਅਖੀਰਲੀ ਪੰਕਤੀ ਬਖਸ਼ ਦਿੱਤੀ ਕਿ ਇਹਨਾਂ ਦੋਵਾਂ ਅਵਸਥਾ ਦੇ ਹੰਕਾਰ ਦੇ ਵਿੱਚੋਂ ਨਿਕਲ ਕੇ ਜਿਹੜੀ ਅਗਲੀ ਗੱਲ ਆਵੇਗੀ, ਉਹਦੀ ਇੱਥੇ ਆਰੰਭਤਾ ਹੋ ਗਈ। ਕਹਿੰਦੇ ਨਾਨਕ ਵਾਹਿਗੁਰੂ, ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਕਹਿੰਦੇ ਸੱਚੇ ਨਾਮ ਨੂੰ ਜਪਣ ਤੋਂ ਬਿਨਾਂ ਜੀਵਨ ਦੇ ਵਿੱਚ ਜੇ ਬਾਹਰੀ ਤੌਰ ਤੇ ਟਿੱਕਾ ਲਾਇਆ ਵਾ ਜਾਂ ਜਨੇਊ ਪਾਇਆ ਵਾ, ਹੁਣ ਉਸ ਸਮੇਂ ਦੀ ਗੱਲ ਆ। ਤੇ ਜੇ ਆਪਾਂ ਗੱਲ ਕਰੀਏ ਤੇ ਸਾਡੇ ਜੀਵਨ ਦੇ ਵਿੱਚ ਵੀ ਇਹੋ ਗੱਲ ਆ ਕਿ ਜੇ ਆਪਾਂ ਗੁਰਸਿੱਖੀ ਵਾਲਾ ਵੇਸ ਧਾਰਨ ਕੀਤਾ ਬਾਹਰੋਂ, ਤੇ ਅੰਦਰ ਨਾਮ ਦੀ ਮਹਿਮਾ ਨਹੀਂ ਚੱਲੀ, ਤੇ ਸੱਚ ਜਾਣਿਓ ਬਚਨ ਸਾਡੇ ਉੱਤੇ ਵੀ ਓਨਾ ਕੁ ਹੀ ਲਾਗੂ ਹੁੰਦਾ ਆ ਜਿੰਨਾ ਇੱਥੇ ਟਿੱਕਾ ਤੇ ਤੱਗ ਵਾਲਿਆਂ ਨੂੰ ਲਿਖਿਆ ਵਾ। ਇਹਦੀ ਵਿਚਾਰ ਆਪਾਂ ਅਗਲਾ ਸ਼ਲੋਕ ਜਿਹੜਾ ਉਹ ਇਸ ਵਿਚਾਰ ਨੂੰ ਸਾਰਾ ਗੁਰਦੇਵ ਜੀ ਨੇ ਖੋਲ ਕੇ ਸਮਝਾਇਆ, ਵਿਸਥਾਰ ਦੇ ਨਾਲ ਵਿਚਾਰ ਸਾਡੇ ਸਾਹਮਣੇ ਰੱਖੀ ਆ। ਆਉਣ ਵਾਲੇ ਸਮੇਂ ਦੇ ਅੰਦਰ ਇਸ ਵਿਚਾਰ ਦੇ ਨਾਲ ਜੁੜਾਂਗੇ। ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜਿਨ੍ਹਾਂ ਨੇ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇੱਥੋਂ ਤੱਕ ਵਿਚਾਰ ਨੂੰ ਸਮਝਣ ਦੇ ਤੇ ਕਥਾ ਵਿਚਾਰ ਦੇ ਯੋਗ ਬਣਾਇਆ ਹੈ। ਸਤਿਗੁਰੂ ਪਾਤਸ਼ਾਹ ਜੀ ਅਗਾਂਹ ਤੋਂ ਵੀ ਸਮਤ ਬਖਸ਼ਣ। ਆਪ ਸਰਬੱਤ ਸੰਗਤ ਦਾ ਵੀ ਕੋਟਾਨ ਕੋਟ ਸ਼ੁਕਰਾਨਾ, ਜੋ ਆਪ ਜੀ ਨੇ ਇਤਨਾ ਪਿਆਰ ਅਸੀਸ ਬਖਸ਼ਦੇ ਹੋ। ਆਪਣਾ ਅਣਜਾਣ ਬੱਚਾ ਜਾਣ ਕੇ ਤੇ ਭੁੱਲਾਂ ਨਹੀਂ ਮੁਆਫੀ ਬਖਸ਼ ਦੇਣੀ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਦਰੋ ਘਰੋ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਬਖਸ਼ਿਸ਼ਾਂ ਵਰਤਾਉਣ, ਤੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਮਨ ਦੇ ਵਿੱਚੋਂ ਸਾਡੇ ਰਿਜ਼ਕ ਦੀ ਚਿੰਤਾ ਜਿਹੜੀ ਉਹ ਦੂਰ ਹੋ ਸਕੇ। ਆਓ ਚਰਨਾਂ ਵਿੱਚ ਅਰਦਾਸਾਂ ਸੋਧਿਆ ਕਰੀਏ ਪਾਤਸ਼ਾਹ ਜੀ ਦੇ। ਭੁੱਲਾਂ ਨਾ ਚਿਤਾਰਨੀਆਂ,
ਦੋਵੇਂ ਹੱਥ ਜੋੜ ਕਰ ਗੁਰਦੇਵ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।